ਅੱਗੇ ਲਿਖਿਆ ਹੈ, ਹਰ ਦਿਨ ਬਾਬਾ ਜੀ ਸਾਡੇ 'ਤੇ ਕਿਰਪਾ ਦਾ ਮੀਂਹ ਵਰਸਾ ਰਹੇ ਨੇ। ਸੁੱਤੇ ਭਾਗ ਜਾਗ ਪਏ ਮੇਰੇ, ਹੋਰ ਸ਼ਰਧਾ ਪੈਦਾ ਕਰੋ ਬਾਬਾ ਜੀ। ਫਿਰ ਤੁਸੀਂ ਭਾਗਾਂ ਦੀ ਹੀ ਗੱਲ ਕੀਤੀ ਹੈ। ਖਿਆਲ ਵਿੱਚ ਰੱਖੋ, ਇਹ ਮਾਰਗ ਬਹੁਤ ਹੀ ਸੁਚੇਤ ਰਹਿ ਕੇ ਚੱਲਣ ਵਾਲਾ ਹੈ। ਡਿੱਗਣਾ ਵਾਰ-ਵਾਰ ਹੁੰਦਾ ਹੈ ਤੇ ਜ਼ਿਆਦਾਤਰ ਸਾਧਕਾਂ ਨੂੰ ਡਿੱਗਣ ਦਾ ਪਤਾ ਨਹੀਂ ਲੱਗਦਾ ਹੈ। ਵਾਰ-ਵਾਰ ਡਿੱਗ ਪੈਂਦੇ ਹਨ। ਬਹੁਤ ਢੰਗ ਨਾਲ ਡਿੱਗਣਾ ਹੁੰਦਾ ਹੈ। ਤੇ ਕਿਹੜੇ ਢੰਗ ਦੇ ਨਾਲ ਮਨ ਤੁਹਾਨੂੰ ਫੇਰ ਸੰਸਾਰ ਦੇ ਵਿੱਚ ਡੇਗ ਦਿੰਦਾ ਹੈ, ਲੈ ਜਾਂਦਾ ਹੈ, ਤੁਹਾਨੂੰ ਖਿਆਲ ਵਿੱਚ ਹੀ ਨਹੀਂ ਆਉਂਦਾ। ਮਨ ਆਪਣੀ ਖੁਰਾਕ ਹਰ ਜਗ੍ਹਾ ਤੋਂ ਲੈ ਲੈਂਦਾ ਹੈ। ਤੇ ਫਿਰ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦਾ ਹੈ। ਤ੍ਰਿਪਤ ਹੋ ਜਾਂਦਾ ਹੈ ਵੀ ਮੇਰੇ ਕਾਰਨ ਸਭ ਕੁਝ ਹੋ ਰਿਹਾ ਹੈ। ਦੇਖੋ, ਮੇਰੇ ਭਾਗ ਚੰਗੇ ਹਨ, ਉੱਚੇ ਹਨ, ਤਾਂ ਹੀ ਮੈਂ ਇੱਧਰ ਨੂੰ ਜਾ ਰਹੀ ਹਾਂ ਜਾਂ ਜਾ ਰਿਹਾ ਹਾਂ। ਪਰਮਾਰਥ ਦੇ ਰਸਤੇ ਵੱਲ, ਪਰਮਾਤਮਾ ਵੱਲ। ਇਸੇ ਕਾਰਨ ਹੀ ਆਪਣੇ ਆਪ ਜਿਹੜੇ ਸਾਧਕ ਚੱਲਦੇ ਹਨ, ਉਹ ਬਹੁਤ ਸਮਾਂ ਭਟਕਦੇ ਹਨ। ਕਈ ਜਨਮਾਂ ਜਨਮਾਂਤਰਾਂ ਤੱਕ ਵੀ ਭਟਕਦੇ ਹਨ, ਕਿਉਂਕਿ ਮਨ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਣੇ ਆਪ ਨੂੰ ਜੀਵਤ ਰੱਖਦਾ ਹੈ, ਸੁਰੱਖਿਅਤ ਕਰਦਾ ਹੈ। ਮਰਦਾ ਨਹੀਂ ਹੈ ਨਾ। ਤੇ ਮਨ ਜੋ ਕੁਛ ਵੀ ਕਵੇ, ਜੋ ਕੁਛ ਵੀ ਸੋਚੇ, ਜੋ ਕੁਛ ਵੀ ਕਰੇ, ਮਨ ਦੀ ਨਹੀਂ ਮੰਨਣੀ ਹੈ। ਇਹੋ ਹੀ ਗੁਰਮੁਖ ਦਾ ਭਾਵ ਹੁੰਦਾ ਹੈ। ਕਿਉਂਕਿ ਮਨ ਹਮੇਸ਼ਾ ਹੀ ਜੋ ਵੀ ਸਲਾਹ ਦੇਵੇਗਾ ਨਾ ਤੁਹਾਨੂੰ, ਉਹਦੇ ਦੁਆਰਾ ਤੁਸੀਂ ਸੰਸਾਰ 'ਚ ਫਸੋਗੇ। ਕਿਉਂਕਿ ਮਨ ਸੰਸਾਰ 'ਚ ਬਣਿਆ ਹੈ, ਸੰਸਾਰ ਵੱਲ ਹੀ ਲੈ ਕੇ ਜਾਂਦਾ ਹੈ। ਤੇ ਗੁਰਮੁਖ ਸੰਸਾਰ ਤੋਂ ਉਲਟਾ ਆਉਂਦਾ ਹੈ, ਕਿਉਂਕਿ ਗੁਰੂ ਸੰਸਾਰ ਤੋਂ ਬਾਹਰ ਖੜਾ ਹੈ ਸੱਤ ਵੱਲ, ਤੇ ਗੁਰਮੁਖ ਸੰਸਾਰ ਤੋਂ ਬਾਹਰ ਨੂੰ ਆਉਣਾ ਹੈ ਸੱਤ ਵੱਲ ਨੂੰ। ਝੂਠ ਵੱਲੋਂ ਹਟਣਾ ਹੈ ਨਾ, ਤਾਂ ਮਨ ਝੂਠ ਵੱਲ ਲੈ ਕੇ ਜਾਂਦਾ ਹੈ। ਇਸ ਕਰਕੇ ਇਹ ਮਾਰਗ ਵਿਪਰੀਤ ਹੈ, ਉਲਟਾ ਹੈ।
ਇਸੇ ਕਾਰਨ ਹੀ ਇਸ ਮਾਰਗ 'ਤੇ ਚੱਲਣਾ ਕਠਿਨ ਹੈ। ਗੁਰੂਆਂ ਦੇ ਉਪਦੇਸ਼ ਨੂੰ ਮੰਨਣਾ ਵੀ ਕਠਿਨ ਹੈ, ਕਿਉਂਕਿ ਮਨ ਦੇ ਤਲ 'ਤੇ ਮੰਨੋਗੇ ਹੀ ਨਹੀਂ ਤੁਸੀਂ। ਮਨ ਮੰਨਦਾ ਹੀ ਨਹੀਂ, ਕਿਉਂਕਿ ਮਨ ਤੋਂ ਵਿਪਰੀਤ ਹੈ ਨਾ। ਮਨ ਤਾਂ ਸੰਸਾਰ ਵਿੱਚ ਜਾਣ ਨੂੰ ਕਹਿੰਦਾ ਹੈ, ਸੰਸਾਰ 'ਚ ਖੁਸ਼ੀ ਮਿਲੇ, ਮਜ਼ਾ ਆਵੇ, ਕੁਛ ਨਾ ਕੁਛ ਉਪਲਬਧੀ ਹੋਵੇ। ਮਨ ਤਾਂ ਸੰਸਾਰ 'ਤੇ ਜੀਣਾ ਚਾਹੁੰਦਾ ਹੈ, ਸੰਸਾਰ 'ਚ ਜੀਂਦਾ ਹੈ। ਅਤੇ ਗੁਰੂ ਦਾ ਉਪਦੇਸ਼ ਸੰਸਾਰ 'ਚੋਂ ਕੱਢਣਾ ਹੈ, ਸੰਸਾਰ ਵੱਲੋਂ ਉਲਟਾ ਹੈ। ਅਤੇ ਵਾਪਸ ਆਉਣਾ ਹੈ ਸੰਸਾਰ 'ਚੋਂ। ਤਦੇ ਉਲਟਾ ਮਾਰਗ ਕਿਹਾ ਹੈ ਨਾ। ਅਤੇ ਗੁਰੂ ਵੱਲੋਂ ਆਉਣਾ, ਝੂਠ ਵੱਲੋਂ ਹਟਣਾ ਹੈ, ਸੱਤ ਵੱਲੋਂ ਆਉਣਾ। ਪਰ ਝੂਠ ਨੂੰ ਜੇ ਤੁਸੀਂ ਸੱਚ ਸਮਝ ਲਿਆ ਹੈ, ਸਮਝਿਆ ਹੀ ਹੋਇਆ ਹੈ, ਤਦੇ ਤੁਸੀਂ ਝੂਠ ਦੇ ਵਿੱਚ ਹੋ। ਜਿਵੇਂ ਕੋਈ ਸੁਪਨੇ ਦੇ ਵਿੱਚ ਜੀ ਰਿਹਾ ਹੋਵੇ, ਸੁਪਨੇ ਨੂੰ ਸੱਚ ਸਮਝ ਰਿਹਾ ਹੈ ਅਤੇ ਸੁਪਨੇ 'ਚ ਜੀ ਰਿਹਾ। ਜਿੰਨਾ ਚਿਰ ਸੁਪਨਾ ਦੇਖ ਰਿਹਾ ਹੈ ਉਹਨਾਂ ਚਿਰ ਸੱਚ ਹੀ ਸਮਝੇਗਾ ਨਾ। ਜਾਗੇਗਾ ਨਹੀਂ ਅਤੇ ਪਤਾ ਨਹੀਂ ਲੱਗੇਗਾ ਵੀ ਸੁਪਨਾ ਸੀ। ਖਿਆਲ ਕਰੋ, ਤੁਸੀਂ ਸੁਪਨੇ 'ਚ ਜਾਗੋ ਹੀ ਨਾ ਰਾਤ ਦੇ, ਤੁਹਾਨੂੰ ਪਤਾ ਲੱਗੇਗਾ ਮੈਂ ਸੁਪਨੇ 'ਚ। ਤੁਸੀਂ ਤਾਂ ਉਹਨੂੰ ਹੀ ਸੱਚ ਸਮਝੋਗੇ ਨਾ, ਸੁਪਨਾ ਹੀ ਦੇਖਦੇ ਰਹੋਗੇ। ਅਗਰ ਕੋਈ ਸਾਰੀ ਜ਼ਿੰਦਗੀ ਸੁਪਨਾ ਹੀ ਦੇਖਦਾ ਰਹੇ, ਪਿਆ ਰਹੇ, ਸੁੱਤਾ ਰਹੇ, ਜਿਵੇਂ ਕੁੰਭਕਰਨ ਸੁੱਤਾ 6 ਮਹੀਨੇ, ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਹੋਣਾ 6 ਮਹੀਨੇ ਕਦੋਂ ਲੰਘ ਗਏ ਸੁਪਨਾ ਦੇਖਦੇ ਦੇਖ। ਕਿਉਂਕਿ ਸੁਪਨੇ ਦੇ ਵਿੱਚ ਹੀ ਹੈ ਨਾ, ਜਾਗੂਗਾ ਪਤਾ ਲੱਗੂਗਾ ਸੁਪਨਾ ਸੀ। ਇੱਦਾਂ ਹੀ ਇਹ ਜੋ ਸੰਸਾਰ ਦਾ ਸੁਪਨਾ ਤੁਸੀਂ ਦੇਖ ਰਹੇ ਹੋ, ਇਹਦੇ ਤੋਂ ਤੁਸੀਂ ਜਾਗੋਗੇ ਤਾਂ ਹੀ ਪਤਾ ਲੱਗੂਗਾ ਤੁਹਾਨੂੰ ਤੁਸੀਂ ਸੁਪਨੇ 'ਚ ਸੀ। ਜਿੰਨਾ ਚਿਰ ਸੁਪਨਾ ਦੇ ਵਿੱਚ ਹੋ ਹੀ, ਉਹਨਾਂ ਚਿਰ ਇਹਨੂੰ ਹੀ ਸੱਚ ਸਮਝੀ ਬੈਠੇ ਹੋ। ਮੇਰੇ ਆਪਣੇ ਹਨ ਇਹ, ਉਹਨਾਂ ਨੂੰ ਹੀ ਆਪਣੇ ਬਣਾਈ ਬੈਠੇ ਹੋ। ਸਭ ਕੁਛ ਸੰਬੰਧ ਜੋੜੇ ਹੋਏ, ਖਿਆਲ ਹੀ ਹੈ ਨਾ ਤੁਹਾਡਾ। ਅਤੇ ਸੁਪਨੇ 'ਚ ਜਿੰਨਾ ਚਿਰ ਹੋ ਤੁਸੀਂ ਖਿਆਲ ਕਰੋ, ਉਹਨਾਂ ਚਿਰ ਤੁਸੀਂ ਇਹ ਸੁਪਨੇ ਨੂੰ ਝੂਠ ਨਹੀਂ ਸਮਝੋਗੇ। ਇਹ ਤਾਂ ਗੱਲ ਠੀਕ ਹੈ, ਪਰ ਫਿਰ ਵੀ ਜੋ ਸਤਿਪੁਰਖ ਕਹਿੰਦੇ ਹਨ, ਸਤਿਗੁਰੂ ਕਹਿੰਦੇ ਹਨ, ਉਹਦੇ 'ਤੇ ਸ਼ਰਧਾ ਕਰਨੀ ਪੈਂਦੀ ਹੈ। ਤਦੇ ਸ਼ਰਧਾ ਦਾ ਮੁੱਲ ਹੈ। ਅਗਰ ਤੁਸੀਂ ਸ਼ਰਧਾ ਨਾ ਕਰੋਗੇ ਤਾਂ ਫਿਰ ਤੁਸੀਂ ਇਹ ਗੱਲ ਕਿਵੇਂ ਗਹਿਰਾਈ ਦੇ ਤਲ 'ਤੇ ਸਤ ਬਚਨ ਕਹੋਗੇ ਵੀ ਠੀਕ ਹੈ। ਤੁਸੀਂ ਕਹਿੰਦੇ ਹੋ ਸੰਸਾਰ ਝੂਠ ਹੈ, ਤਾਂ ਅਸੀਂ ਛੱਡਣ ਨੂੰ ਤਿਆਰ ਹਾਂ। ਜਗ ਰਚਨਾ ਸਭ ਝੂਠ, ਕੂੜ ਹੈ, ਮਿਥਿਆ ਹੈ। ਅਗਰ ਤੁਸੀਂ ਮਨ ਦੇ ਤਲ 'ਤੇ ਮੰਨ ਲਓ, ਭਾਵਨਾ ਕਰਕੇ ਮੰਨੋ, ਸ਼ਰਧਾ ਕਰਕੇ ਮੰਨੋ, ਤਾਂ ਤੁਸੀਂ ਬਾਹਰ ਆਓਗੇ। ਜਦੋਂ ਤੁਸੀਂ ਬਾਹਰ ਆ ਗਏ ਫਿਰ ਤੁਸੀਂ ਜਾਣੋਗੇ ਨਾ ਝੂਠ ਸੀ। ਫਿਰ ਤਾਂ ਗੁਰੂ ਨੂੰ ਅਸਲੀ ਵਾਸਤਵਿਕ ਉਦੋਂ ਹੀ ਸ਼ਰਧਾ ਪੈਦਾ ਹੁੰਦੀ ਹੈ। ਗੁਰੂ ਗੋਬਿੰਦ ਦੋ ਖੜੇ ਕਾਕੇ ਲਾਗੋ ਪਾਏ, ਕਿਹਾ ਹੈ ਨਾ, ਬਲਿਹਾਰੀ ਗੁਰ ਆਪਣੇ ਜਿਹਨੂੰ ਗੋਬਿੰਦ ਦਿਓ ਬਤਾਏ। ਕਹਿੰਦਾ ਮੈਂ ਗੋਬਿੰਦ ਨੂੰ ਬਾਅਦ 'ਚ ਮਿਲੂੰਗਾ, ਪਹਿਲਾਂ ਗੁਰੂ ਨੂੰ ਮਿਲਣਾ। ਜਿਹਨੇ ਇਹ ਸੁਪਨੇ ਤੋਂ ਬਾਹਰ ਕਰ ਦਿੱਤਾ, ਛਡਾ ਦਿੱਤਾ ਝੂਠ ਤੋਂ। ਉੱਤੇ ਬਲਿਹਾਰ ਨੇ ਵਾਰ ਨੇ ਆਦਮੀ ਵਾਰ ਲੱਖ ਵਾਰੀ ਜਾਂਦਾ ਹੈ। ਉਦੋਂ ਪਰ ਪਹਿਲਾਂ ਬਹੁਤ ਕਠਿਨ ਹੈ ਵਿਸ਼ਵਾਸ ਕਰਨਾ, ਸ਼ਰਧਾ ਕਰਨਾ ਵੀ ਜੋ ਇਹ ਕਹਿ ਰਹੇ ਹਨ ਠੀਕ ਹੈ ਕਿ। ਅਤੇ ਜਿਹੜਾ ਭਾਵਨਾ ਕਰਦਾ ਹੈ, ਗਹਿਰੀ ਸ਼ਰਧਾ ਕਰਦਾ ਹੈ, ਉਹਨੂੰ ਜੋ ਕਿਹਾ ਜਾਂਦਾ ਹੈ ਉਹ ਸਤ ਪ੍ਰਤੀਤ ਹੁੰਦਾ ਹੈ ਵੀ ਠੀਕ ਹੈ ਕਹਿ ਰਹੇ ਹਨ। ਮਰ ਤੇ ਰਿਹਾ ਹੀ ਹੈ ਅਤੇ ਛੁੱਟ ਤੇ ਜਾਣਾ ਹੀ ਹੈ। ਝੂਠ ਹੀ ਹੈ ਤਾਂ ਹੀ ਛੁੱਟ ਜਾਣਾ ਹੈ ਨਾ। ਸੁਪਨਾ ਰਾਜ ਦਾ ਟੁੱਟ ਗਿਆ, ਝੂਠ ਸੀ, ਇਹ ਵੀ ਟੁੱਟ ਜਾਣਾ ਹੈ ਇੱਕ ਦਿਨ, ਮਰ ਜਾਣਾ ਹੈ।
ਤੇ ਮਿਟਣਾ ਹੀ ਹੈ ਨਾ। ਤੇ ਠੀਕ ਹੀ ਹੈ। ਤੇ ਜਿਹੜਾ ਭਾਵਨਾ ਕਰਦਾ ਹੈ ਉਹਦਾ ਛੁੱਟਦਾ ਹੈ। ਫਿਰ ਵੀ ਬੜਾ ਕਠਿਨ ਹੈ, ਕਿਉਂਕਿ ਜਿਹਦੇ ਵਿੱਚ ਤੁਸੀਂ ਇੰਨੇ ਸਾਲ ਰਹੇ ਹੋ, ਇੰਨੇ ਗਹਿਰੇ ਸੰਬੰਧ ਬਣਾਏ ਹਨ, ਇੱਕਦਮ ਨਹੀਂ ਛੁੱਟ ਜਾਣਗੇ। ਛੁੱਟਦਿਆਂ ਹੀ ਛੁੱਟਣਗੇ, ਤੇ ਬਹੁਤ ਸੰਘਰਸ਼ ਵੀ ਹੋਵੇਗਾ। ਕਦੇ ਤੁਹਾਨੂੰ ਆਨੰਦ ਆਏਗਾ, ਖੁਸ਼ੀ ਆਵੇਗੀ, ਕਈ ਵਾਰ ਬਹੁਤ ਜ਼ਿਆਦਾ ਸੰਘਰਸ਼ ਹੋਵੇਗਾ, ਬੇਚੈਨੀ ਹੋਵੇਗੀ, ਕਿਉਂਕਿ ਸੰਸਾਰ ਵੀ ਆਪਣੇ ਵੱਲ ਨੂੰ ਖਿੱਚੇਗਾ ਨਾ, ਤੇ ਖਿੱਚਾਤਾਣ ਦੇ ਵਿੱਚ ਸੰਘਰਸ਼ ਤੇ ਹੋਵੇਗਾ। ਕਈ ਵਾਰ ਤੜਫੋਗੇ ਵੀ ਤੁਸੀਂ, ਕੁਰਲਾਓਗੇ ਵੀ, ਵਿਆਕੁਲ ਵੀ ਹੋਗੇ, ਪੁਕਾਰੋਗੇ ਵੀ। ਤੋ ਜਿਹੜੀ ਤੜਫ ਹੈ ਨਾ, ਤੁਸੀਂ ਕਿਹਾ ਪਿਆਸ ਹੈ, ਉਹਨੂੰ ਵੀ ਸਵੀਕਾਰ ਕਰਨਾ ਹੈ ਵੀ ਠੀਕ ਹੈ। ਆਨੰਦ ਆਏ ਉਹਨੂੰ ਵੀ ਸਵੀਕਾਰ ਕਰੋ, ਜੇ ਤੜਫ ਆਵੇ ਉਹਨੂੰ ਵੀ ਸਵੀਕਾਰ ਕਰੋ ਵੀ ਠੀਕ ਹੈ, ਇਹ ਵੀ ਹਿੱਸਾ ਹੈ। ਵੀ ਜਾਲ ਤੋਂ ਬਾਹਰ ਨਿਕਲਣਾ ਹੈ ਤੇ ਮੱਛੀ ਵਾਂਗੂ ਤੜਫ ਕੇ, ਪੁੜਕ ਕੇ ਬਾਹਰ ਨਿਕਲਾਂਗੇ। ਕੋਸ਼ਿਸ਼ ਕਰਦੇ ਰਹੋ ਨਿਕਲਣ, ਤੇ ਫਿਰ ਬਖਸ਼ਿਸ਼ ਵੀ ਹੁੰਦੀ ਰਹਿੰਦੀ। ਬਖਸ਼ਿਸ਼ ਕੋਸ਼ਿਸ਼ ਦੁਆਰਾ ਹੀ ਹੁੰਦੀ, ਖਿਆਲ ਵਿੱਚ ਰੱਖੋ, ਕਿਉਂਕਿ ਕੋਸ਼ਿਸ਼ ਦੱਸਦੀ ਹੈ ਤੁਹਾਡੀ ਤੁਸੀਂ ਨਿਕਲਣਾ ਚਾਹੁੰਦੇ। ਹਾਥੀ ਵਾਂਗੂ ਤੁਸੀਂ ਤੜਫ ਰਹੇ ਹੋ, ਪੁਕਾਰ ਰਹੇ ਹੋ। ਜਦੋਂ ਪੁਕਾਰੋਗੇ ਅੰਦਰੋਂ ਗਹਿਰਾਈ ਦੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹੋ, ਫਸੇ ਹੋਏ ਹੋ, ਪੰਕਜ ਮੋਹ ਪੱਗ ਨਹੀਂ ਚੱਲੇ ਚਿੱਕੜ 'ਚ, ਤੇ ਪੁਕਾਰੋਗੇ ਤੇ ਪੁਕਾਰ ਸੁਣੇਗਾ ਹੀ, ਸੁਣਦਾ ਹੀ ਹੈ ਨਾ। ਤੋ ਕਿਸੇ ਨਾ ਕਿਸੇ ਬਹਾਨੇ ਤੁਹਾਨੂੰ ਕੱਢੇਗਾ, ਤੇ ਕੱਢ ਹੀ ਰਿਹਾ ਹੈ। ਉਹੋ ਹੀ ਕੱਢ ਰਿਹਾ ਹੈ, ਤੁਸੀਂ ਨਿਕਲਣ ਨੂੰ ਤਿਆਰ ਹੋ। ਇਹੋ ਮੈਂ ਕਹਿਣਾ, ਜਿਹੜਾ ਵੀ ਨਿਕਲਣ ਨੂੰ ਤਿਆਰ ਹੋਵੇਗਾ ਨਾ, ਉਹਨੂੰ ਹੀ ਉਹ ਕੱਢ ਲਵੇਗਾ। ਤੇ ਸਾਹਸ ਕਰੋ, ਹਿੰਮਤ ਕਰੋ, ਕੋਸ਼ਿਸ਼ ਕਰੋ ਨਿਕਲਣ ਦੀ, ਤੇ ਪਰਮਾਤਮਾ ਤੁਹਾਨੂੰ ਜ਼ਰੂਰ ਕੱਢ ਲਵੇਗਾ, ਕਿਉਂਕਿ ਉਹ ਕਰੁਣਾਵਾਨ ਹੈ, ਉਹ ਦਇਆਵਾਨ ਹੈ।